जाप गोविंद गोपाल। राम नाम सिमरतु जीवै, फिर न खाई महाकाल। कोट जन्म परम 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 आयो, वड्डे भाग साध संग पायो। बिन गुर पूरे नाही उदार, बाबा नानक आखे एहो विचार। बलिहारी गुर अपने, दुहाड़ी साधवार। जिन मानस ते देवते किए, करत ना लागी बार। सो कहो टल गुर सेविय, अजनस सहज सुभाए। दर्शन परसय गुरु के, जन्म मरण दुख जाए। सिफत खसामदी, नूर अरसों कुरसों चट्टिया। तुद डिठे सच्चे पातशाह, जन्म जन्म दी कट्टिया। सजन सच्चा पातशाह, सिर सांद साहो। जिस पास बैठया सोई है, सबना दा वेसाहो। सतनाम श्री वाहिगुरु साहिब जी। राग सूही महला पंजवा, कर तीजा। एक ओंकार सतगुर प्रसाद, मिथन मोह अगन शोक सागर। कर कृपा उधर हर नागर, मिथन मोह अगन शोक सागर। कर कृपा उधर हर नागर। चरण कमल शरणाए नारायण, दीनानाथ भगत परायण। रहाओ अनाथानाथ, भगत भै मिटना। साध संग जमदूत न भेटना। जीवन रूप अनूप दयाला, रावण गुणा कटिया जम जाला। अमृत नाम रसन नित जपै, रोग रूप माया न व्यापै। जप गोबिंद संगी सब तारे, पोहत नाही
ਪੰਚ ਬਟਵਾਰੇ, ਮਨ ਬਚ ਕਰਮ ਪ੍ਰਭ ਏਕ ਧਿਆਏ। ਸਰਬ ਫਲਾ ਸੋਈ ਜਨ ਪਾਏ, ਤਾਰ ਅਨੁਗ੍ਰਹੋ ਆਪਣਾ ਪ੍ਰਭ ਕੀਨਾ। ਕੇਵਲ ਨਾਮ ਭਗਤ ਰਸ ਦੀਨਾ, ਆਦ ਮਦ ਅੰਤ ਪ੍ਰਭ ਸੋਈ। ਨਾਨਕ ਤਿਸ ਬਿਨ ਅਵਰ ਨਾ ਕੋਈ, ਆਦ ਮਦ ਅੰਤ ਪ੍ਰਭ ਸੋਈ। ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਅੰਤਰਜਾਮੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਮਹਾ ਆਨੰਦ ਗੁਰ ਸ਼ਬਦ ਵਿਚਾਰ ਦਾ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਦੀ ਵਿਚਾਰ ਜ਼ਰੂਰੀ ਹੈ ਤੇ ਇਹਦੇ ਲਈ ਗੁਰੂ ਦੇ ਅਨੁਸਾਰ ਹੀ ਹੋਣਾ, ਫਿਰ ਜੀਵ ਦਾ ਅਸਲੀ ਘਰ ਦੇ ਵਿੱਚ ਟਿਕਾਣਾ ਹੋ ਜਾਂਦਾ, ਟਿਕਾ ਬਣ ਜਾਣਾ। ਟਿਕਾ ਹਮੇਸ਼ਾ ਵਿਚਾਰ ਦੇ ਨਾਲ ਹੀ ਬਣਦਾ। ਤੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ੍ਰੀ ਮੁਖ ਵਾਕ ਦੇ ਰਾਹੀਂ ਦਰਸਾ ਰਹੇ ਨੇ ਕਿ ਸੰਸਾਰ ਹੈ ਕੀ ਹੈ। ਸੰਸਾਰ ਤਿੰਨ ਕਾਲ ਝੂਠ ਹੈ, ਮਿੱਥਿਆ ਹੈ। ਤਾਂ ਤੇ ਇਹਦੇ ਲਈ ਕਲਪਨਾ ਜਿਹੜੀ ਕਰਨੀ ਹੈ, ਇਹਦੇ ਨਾਲ ਜੁੜਨਾ ਹੈ, ਇਹਨੂੰ ਸੱਚ ਕਰਕੇ ਮੰਨਣਾ ਦੁਖਦਾਈ ਹੈ। ਹੁਣ ਬਚਾ ਕੌਣ ਸਕਦਾ ਹੈ ਜਿਹਨੇ ਸੰਸਾਰ ਦੀ ਰਚਨਾ ਰਚੀ। ਇਸ ਲਈ ਉਹਦੇ ਅੱਗੇ ਬੇਨਤੀਆਂ ਨੇ। ਕੈਸਾ ਪ੍ਰਮਾਤਮਾ ਖਸਮਿਆਂ ਦਾ ਖਸਮ ਹੈ, ਡਰ ਦੂਰ ਕਰਨ ਵਾਲਾ।
ਸਮਝ ਲੱਗੇਗੀ ਸਾਧ ਸੰਗਤ ਦੇ ਵਿੱਚ ਆ ਕੇ, ਜਿੱਥੇ ਕੋਈ ਡਰ ਨਹੀਂ ਹੈ। ਜੀਵਨ ਰੂਪ ਹੈ, ਦਇਆ ਦਾ ਘਰ ਹੈ। ਬਾਰ ਬਾਰ ਨਾਮ ਜਪਣ ਦੇ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ। ਹਮੇਸ਼ਾ ਜਪਣਾ ਤਾਂ ਕਿ ਮਾਇਆ ਆਪਣਾ ਅਸਰ ਨਾ ਪਾ ਸਕੇ। ਜਪਣ ਵਾਲੇ ਆਪਣੇ ਸਾਰੇ ਸੰਗੀਆਂ ਨੂੰ ਤਾਰ ਲੈਂਦੇ, ਕਿਉਂਕਿ ਉਹਨਾਂ ਉੱਤੇ ਪੰਜ ਵਿਕਾਰਾਂ ਦਾ ਅਸਰ ਨਹੀਂ ਹੁੰਦਾ। ਪੂਰਾ ਫਲ ਪਾਉਣ ਦੇ ਲਈ ਮਨ ਵਿੱਚ ਕਰਮਾਂ ਕਰਕੇ ਇੱਕ ਹੋਣਾ ਜ਼ਰੂਰੀ ਹੈ। ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕੀਤੀ, ਉਹਨਾਂ ਨੂੰ ਨਾਮ ਦਾ ਰਸ ਬਖਸ਼ਿਆ। ਇੱਥੇ ਆ ਕੇ ਸਮਝ ਆ ਗਈ ਕਿ ਤਿੰਨ ਕਾਲ ਪਰਮੇਸ਼ਰ ਹੀ ਸੱਚ ਹੈ। ਇਹ ਸਾਰੇ ਸ਼ਬਦ ਦਾ ਭਾਵ ਅਰਥ ਹੈ। ਆਓ ਮੂਲ ਪਾਠ ਸਰਵਣ ਕਰਦੇ ਹਾਂ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਹੀ ਮਹੱਲਾ ਪੰਜਵਾ ਘਰ ਤੀਜਾ। ਸੋਹੀ ਰਾਗ ਦੇ ਵਿੱਚ ਸ਼ਬਦ ਦਾ ਗਾਇਨ ਹੈ। ਘਰ ਤੀਜੇ ਦਾ ਸੰਬੰਧ ਵੀ ਗਾਇਨ ਦੇ ਨਾਲ ਹੀ ਹੈ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਨਿਰੰਤਰ ਓੰਕਾਰ ਸਭ ਦਾ ਪ੍ਰਕਾਸ਼ਕ ਹੈ। ਜਾਣਨ ਦਾ ਤਰੀਕਾ ਇੱਕੋ ਹੈ, ਕਿਉਂਕਿ ਉਹ ਆਪ ਇੱਕ ਹੈ, ਇਸ ਲਈ ਉਹਨੂੰ ਜਾਣਨ ਦਾ ਤਰੀਕਾ ਵੀ ਇੱਕੋ ਹੀ ਹੈ। ਸਤਿਗੁਰ ਪ੍ਰਸਾਦ। ਗੁਰੂ ਦੇ ਨਾਲ ਪੂਰਾ ਜਾਂ ਸਤ ਸ਼ਬਦ ਜ਼ਰੂਰ ਆਇਆ। ਗੁਰੂ ਪੂਰਾ ਹੋਣਾ ਚਾਹੀਦਾ, ਸੱਚਾ ਹੋਣਾ ਚਾਹੀਦਾ। ਪ੍ਰਸਾਦ ਨਾਮ ਹੈ ਕਿਰਪਾ ਦਾ। ਜਦੋਂ ਸਤਿਗੁਰਾਂ ਜੀ ਨੇ ਤਰੁੱਟਣਾ, ਆਪਣੀ ਕਿਰਪਾ ਕਰਨੀ, ਤਾਂ ਇਹੋ ਜਿਹੇ ਗੁਣਾਂ ਵਾਲੇ ਪਰਮਾਤਮਾ ਦੀ ਸਮਝ ਆਉਣੀ। ਤਾਂ ਤੇ ਭਾਈ ਗੁਰੂ ਦੀ ਗੱਲ ਸੁਣਨੀ, ਗੁਰੂ ਦੀ ਗੱਲ ਗਾਉਣੀ, ਗੁਰੂ ਦੀ ਗੱਲ ਸਮਝਣੀ, ਗੁਰੂ ਦੀ ਆਗਿਆ 'ਚ ਰਹਿਣਾ, ਫਿਰ ਪ੍ਰਸਾਦ ਕਿਰਪਾ ਹੁੰਦੀ ਹੈ। ਹਾਂਜੀ। ਮਿਥਨ ਮੋਹ ਅਗਨ ਸ਼ੋਕ ਸਾਗਰ। ਹੁਣ ਸਤਿਗੁਰੂ ਜੀ ਸਾਗਰ ਸਮੁੰਦਰ ਬਾਰੇ ਦੱਸ ਰਹੇ ਨੇ, ਕਿਉਂਕਿ ਸੰਸਾਰ ਦੀ ਜਿਹੜੀ ਤਸਵੀਰ ਹੈ ਉਹ ਸਮੁੰਦਰ ਦੇ ਨਾਲ ਦਿੱਤੀ ਹੈ। ਸਮੁੰਦਰ ਬਹੁਤ ਵੱਡਾ ਹੈ, ਬੜਾ ਗਹਿਰਾ ਹੈ। ਕਿੰਨੀਆਂ ਨਦੀਆਂ, ਕਿੰਨੇ ਦਰਿਆ ਸਮੁੰਦਰ ਵਿੱਚ ਪੈਂਦੇ ਆ, ਗਿਣਤੀ ਕੋਈ ਨਹੀਂ ਹੈ। ਹੁਣ ਇੱਥੇ ਦਰਸਾਉਂਦੇ ਨੇ ਵੀ ਜਿਹੜਾ ਪ੍ਰਤੱਖ ਸਮੁੰਦਰ ਹੈ ਉਹਦੇ 'ਚ ਪਾਣੀ ਹੈ, ਪਰ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਵਿੱਚ ਪਾਣੀ ਦੀ ਥਾਂ ਤੇ ਅੱਗ ਹੈ। ਹੁਣ ਪਾਣੀ ਦੇ ਵਿੱਚ ਕੋਈ ਬਚਾਵੇ ਤੇ ਬਚਾਅ ਹੋ ਸਕਦਾ, ਪਰ ਅੱਗ ਦੇ ਸਮੁੰਦਰ ਵਿੱਚ ਜਿਹੜਾ ਬਚਾਵੇਗਾ ਉਹਦਾ ਵੀ ਨੁਕਸਾਨ ਹੀ ਹੋਣਾ, ਕਿ ਉਹ ਅੱਗ ਤੇ ਨਹੀਂ ਲਿਹਾਜ਼ ਕਰਦੀ ਕਿਸੇ ਦਾ। ਤਾਂ ਤੇ ਸਤਿਗੁਰੂ ਜੀ ਕਹਿੰਦੇ ਇਹ ਅੱਗ ਦਾ ਸਮੁੰਦਰ ਹੈ। ਤਿਤ ਸਰੜੈ ਭਈ ਲੈ ਨਵਾਸਾ, ਪਾਣੀ ਪਾਵਕ ਤਿਨੈ ਕੀਆ। ਪੰਕਜ ਮੋ ਪਾਗ ਨਹੀਂ ਚਾਲੈ, ਹਮ ਦੇਖਾ ਤੈ ਡੋਬੀ ਹਲੇ। ਇਹ ਅੱਗ ਦਾ ਸਮੁੰਦਰ ਹੈ। ਆਤਸ਼ ਦੁਨੀਆ,
ਆਤਿਸ਼ ਨਾਮ ਹੈ ਅਗਨੀ ਦਾ। ਆਪਾਂ ਕਹਿੰਦੇ ਆਤਿਸ਼ਬਾਜੀ ਅੱਗ ਦੇ ਨਾਲ ਚੱਲਦੀ। ਆਤਿਸ਼ ਸੰਸਾਰ ਅੱਗ ਦੀ ਨਿਆਈ ਹੈ। ਖੋਨਕ ਨਾਮ ਖੁਦਾਇਆ। ਜਿੱਥੇ ਸੰਸਾਰ ਤੱਤੈ ਅੱਗ ਦਾ ਸਮੁੰਦਰ ਹੈ, ਉੱਥੇ ਪਰਮਾਤਮਾ ਦਾ ਨਾਮ ਠੰਡਾ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਸਤਿਗੁਰਾਂ ਜੀ ਦਾ ਬਖਸ਼ਿਆ ਹੋਇਆ ਨਾਮ ਠੰਡਾ ਹੈ, ਉਹੀ ਸ਼ਾਂਤ ਕਰ ਸਕਦਾ। ਅੱਗ ਨੂੰ ਬੁਝਾਉਣ ਵਾਸਤੇ ਪਾਣੀ ਦੀ ਲੋੜ ਹੈ। ਹੁਣ ਜਿਹੜੀ ਅਗਨੀ ਹੈ, ਇਹ ਕੀ ਹੈ? ਇਹ ਤ੍ਰਿਸ਼ਨਾ ਦੀ ਅਗਨ ਹੈ, ਜਿਹਦੇ ਵਿੱਚ ਜੀਵ ਸੜ ਰਹੇ ਨੇ, ਦੁਖੀ ਹੋ ਰਹੇ ਨੇ। ਬਾਬਾ ਦੇਖੈ ਧਿਆਨ ਧਰ, ਜਲਤੀ ਫਿਰ ਪ੍ਰਿਥਵੀ ਨਜ਼ਰ ਆਈ, ਚੜਿਆ ਸੋਧਣ ਧਰਤ ਲੁਕਾਈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਧਿਆਨ ਦੇ ਨਾਲ ਜੀਵ ਸੜ ਰਹੇ ਨੇ, ਸਾਰੀ ਲੁਕਾਈ ਸੜ ਰਹੀ। ਤਰਸ ਆਇਆ। ਜੀਵਾਂ ਦੇ ਭਲੇ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਸਭ ਕੁਝ ਛੱਡ ਕੇ ਸੰਸਾਰ ਦੀ ਕਨੌੜ, ਜਿਹੜੀ ਸਭ ਤੋਂ ਔਖੀ ਹੈ, ਜਿਹਦੇ ਵਿੱਚੋਂ ਮਨੁੱਖ ਨਿਕਲ ਨਹੀਂ ਸਕਦਾ। ਸਾਰੇ ਕਹਿੰਦੇ ਸਾਨੂੰ ਵੀ ਆਪਾਂ ਖੱਤਰ ਹੀ ਹੈ, ਸਾਡਾ ਕੀ ਕੰਮ ਹੈ ਭਗਵੇਂ ਕੱਪੜੇ ਪਾਉਣ ਦਾ, ਸਾਡਾ ਕੀ ਕੰਮ ਮੜੀਆਂ 'ਚ ਬੈਠਣ ਦਾ, ਅਸੀਂ ਕੀ ਲੈਣਾ ਕਿਸੇ ਤੋਂ। ਕੋਈ ਮਰੇ, ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਆਪਾਂ ਕੀ ਲੈਣਾ ਕਿਸੇ ਕੋਲੋਂ। ਪਰਵਾਹ ਨਹੀਂ ਕੀਤੀ, ਕਿਉਂਕਿ ਮਹਾਨ ਕੰਮ ਕਰਨ ਦੇ ਲਈ ਤੁੱਛ ਤੇ ਫਿਰ ਤਿਆਗਣਾ ਹੀ ਪੈਂਦਾ, ਕੁਰਬਾਨ ਕਰਨਾ ਹੀ ਪੈਂਦਾ। ਤੋ ਸੰਸਾਰ ਸੜ ਰਿਹਾ ਹੈ ਤੇ ਬਾਕੀ ਸਾਰਿਆਂ ਨੂੰ ਪੁੱਛੋ, ਉਹ ਕਹਿੰਦੇ ਜੀ ਕਰਮ ਨੇ ਆਪਣੇ ਆਪਣੇ ਭੁਗਤਣੇ ਪੈਣੇ। ਤੇ ਗੁਰੂ ਬਾਬਾ ਜੀ ਵੀ ਇਹ ਗੱਲ ਵੇਖਦੇ ਵੀ ਜਿਹੋ ਜਿਹੇ ਕਰਮ ਕਰ ਰਹੇ ਆ, ਭੁਗਤ ਰਹੇ ਆ, ਫਿਰ ਬਾਬਾ ਜੀ ਨੂੰ ਵੀ ਇਹ ਕੁਝ ਕਰਨ ਦੀ ਲੋੜ ਨਹੀਂ ਸੀ ਹੈ। ਠੀਕ ਹੈ, ਕਰਮ ਕਰੀ ਜਾਓ, ਭੁਗਤੀ ਜਾਓ। ਕਰਮ ਬਦਲਿਆ ਜਾ ਸਕਦਾ ਹੈ ਤੇ ਜੀਵਨ ਨੂੰ ਸੁਖਦਾਈ ਬਣਾਇਆ ਜਾ ਸਕਦਾ ਹੈ। ਕਿਵੇਂ? ਅਰਦਾਸਾਂ ਬੇਨਤੀਆਂ ਦੇ ਨਾਲ ਬਦਲ ਜਾਂਦਾ ਜੀਵਨ। ਕੋਈ ਕਹਿੰਦਾ ਵੀ ਕੌਡਾ ਰਾਖਸ਼ ਬੰਦਿਆਂ ਨੂੰ ਤਲ ਕੇ ਖਾਣ ਵਾਲਾ ਕੋਈ ਇਨਸਾਨ ਬਣ ਜੂ, ਨਹੀਂ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਵੀ ਜੀਵਨ ਬਦਲ ਕੇ ਰੱਖ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਭਾਈ, ਅੱਗ ਦਾ ਸਮੁੰਦਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਅੰਮ੍ਰਿਤ ਰੂਪੀ ਛਿੱਟਾ ਦਿੱਤਾ, ਗੁਰਬਾਣੀ ਰੂਪ ਸੰਦੇਸ਼ ਦੇ ਕੇ ਸਾਰਿਆਂ ਨੂੰ ਸ਼ਾਂਤ ਕਰਨਾ ਕੀਤਾ, ਸੜਦੇ ਬਲਦੇ ਸੰਸਾਰ ਨੂੰ। ਇਹ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਮਨੁੱਖ ਜਿਹੜੇ ਨੇ ਸੜ ਰਹੇ ਨੇ, ਤੇ ਅੱਗ ਨੂੰ ਬੁਝਾਉਣ ਵਾਸਤੇ ਚਾਹੀਦਾ ਪਾਣੀ, ਤੇ ਆਪਾਂ ਲੱਕੜਾਂ ਪਾ ਰਹੇ ਹਾਂ। ਲੱਕੜਾਂ ਵੀ ਸ਼ਾਇਦ ਪਦਾਰਥਾਂ ਦੇ ਨਾਲ ਹੀ ਅਗਨੀ ਬੁਝ ਜੇ, ਬੁਝਦੀ ਨਹੀਂ ਹੈ। ਲੱਕੜਾਂ ਨਾਲ ਤਾਂ ਹੋਰ ਭੜਕੇਗੀ।
ਤਾਂ ਤੇ ਭਾਈ ਨਾਮ ਰੂਪੀ ਜਲ ਚਾਹੀਦਾ ਹੈ, ਬਾਣੀ ਰੂਪੀ ਚੰਦਨ ਚਾਹੀਦਾ, ਜਿਹੜਾ ਇਸ ਨੂੰ ਸ਼ਾਂਤ ਕਰੇ, ਇਸ ਨੂੰ ਠੰਡਾ ਕਰੇ। ਚੰਦਨ ਵਿੱਚ ਦੋਵੇਂ ਗੁਣ ਹੈ, ਠੰਡਕ ਵੀ ਹੈ ਤੇ ਸੁਗੰਧੀ ਵੀ ਹੈ। ਪਾਣੀ ਅੱਗ ਬੁਝਾਉਂਦਾ ਪਰ ਸੁਗੰਧੀ ਨਹੀਂ। ਬਾਣੀ ਜੀਵਨ ਦੇ ਵਿੱਚ ਸੁਗੰਧੀ ਵੀ ਪੈਦਾ ਕਰਦੀ, ਕਿਉਂਕਿ ਸੜਨ ਤੋਂ ਬਾਅਦ ਵੀ ਬਦਬੂ ਆਉਂਦੀ, ਪਰ ਪਾਤਸ਼ਾਹ ਜੀ ਕਹਿੰਦੇ ਸੜ ਗਿਆ ਬਦਬੂ ਨਾ ਆਵੇ, ਸੁਗੰਧੀ ਆਵੇ। ਗੁਰੂ ਦਾ ਉਪਦੇਸ਼। ਮਿਥਨ ਮੋਹ ਆਗਨ ਸ਼ੋਕ ਸਾਗਰ। ਮਿਥਨ ਮੋਹ, ਮੋਹ ਦਿਸਦੇ ਦੇ ਨਾਲ ਹੈ, ਜੋ ਦਿਖਾਈ ਦੇ ਰਿਹਾ ਉਹਦੇ ਨਾਲ ਮੋਹ ਹੈ। ਜਿੱਥੇ ਸਾਨੂੰ ਦੱਸਣਾ ਪੈਂਦਾ ਹੈ, ਜਿੱਥੇ ਸਾਨੂੰ ਸੁਣਨਾ ਪੈਂਦਾ ਹੈ ਵੀ ਅਸੀਂ ਤੁਹਾਡਾ ਕਿੰਨਾ ਕੁ ਕਰਦੇ, ਮੈਂ ਤੁਹਾਡਾ ਕਿੰਨਾ ਕਰਦਾ, ਇਹ ਮੋਹ ਹੈ। ਕਿਉਂਕਿ ਮੋਹ ਨੂੰ ਦੱਸਣਾ ਪੈਂਦਾ ਵੀ ਮੈਂ ਕਿੰਨਾ ਕੁ ਕਰਦਾ। ਤੁਸੀਂ ਨਹੀਂ ਕਰਦੇ ਤੇ ਮੈਂ ਪਿੱਛੇ ਹਟਣ ਨੂੰ ਤਿਆਰ ਹਾਂ। ਤੁਸੀਂ ਨਹੀਂ ਨਾ ਕਰਦੇ, ਮੈਂ ਪਿੱਛੇ ਹਟਣ ਨੂੰ ਤਿਆਰ ਹਾਂ। ਮੋਹ ਹੈ ਇਹ। ਸੋ ਦਿਸਦੇ ਪਸਾਰੇ ਦੇ ਨਾਲ ਮੋਹ ਹੈ। ਹੁਣ ਦਿਸਦਾ ਪਸਾਰਾ ਦ੍ਰਿਸ਼ਟਮਾਨ ਹੈ, ਸਗਲ ਮਥੇਨਾ। ਜੋ ਦਿਖਾਈ ਦੇ ਰਿਹਾ ਉਹ ਤੇ ਸਾਰਾ ਹੀ ਝੂਠ ਹੈ ਨਾ। ਫਿਰ ਇਹਦੇ ਨਾਲ ਕੀਤਾ ਹੋਇਆ ਮੋਹ ਕਦੋਂ ਸੱਚਾ ਹੋ ਸਕਦਾ ਹੈ? ਜਦੋਂ ਜਿਹਦੇ ਨਾਲ ਮੋਹ ਕਰ ਰਹੇ ਹੋ ਉਹ ਝੂਠ ਹੈ। ਕੂੜ ਕੂੜਾ ਨੇਹੋ ਲੱਗਾ ਬਿਸਰਿਆ ਕਰਤਾਰ। ਝੂਠ ਦੇ ਨਾਲ ਝੂਠ ਦਾ ਮੋਹ ਹੈ ਤੇ ਰੱਬ ਤੇ ਵਿੱਚੋਂ ਭੁੱਲੇ ਹੋਇਆ। ਸੁੱਖ ਕਿੱਥੇ ਹੈ? ਝੂਠਾ ਮੋਹ ਹੈ, ਇਹਦੇ ਵਿੱਚ ਆਗਨ ਹੈ ਤ੍ਰਿਸ਼ਨਾ ਦੀ। ਸ਼ੋਕ ਸਾਗਰ, ਸ਼ੋਕ ਕਹਿੰਦੇ ਨੇ ਚਿੰਤਾ ਨੂੰ। ਹਰ ਇੱਕ ਮਨੁੱਖ ਚਿੰਤਾਗ੍ਰਸਤ ਹੈ। ਚਿੰਤਤ ਹੀ ਦੀਸੈ ਸਭ ਕੋਏ। ਪਾਤਸ਼ਾਹ ਜੀ ਕਹਿੰਦੇ ਜਿੰਨੇ ਵੀ ਨਜ਼ਰ ਆਉਨੇ ਆ ਉਹ ਸਾਰੇ ਚਿੰਤਾ ਦੇ ਵਿੱਚ ਹੀ ਨਜ਼ਰ ਆ ਰਹੇ। ਸਭ ਚਿੰਤਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈਗੀ ਹੈ। ਚਿੰਤਾ ਹੈਗੀ। ਇਸ ਤਰ੍ਹਾਂ ਇਹ ਮਿਟਦੀ ਹੈ ਨਹੀਂ, ਵੱਧਦੀ ਜਾਂਦੀ। ਰੋਗ ਕੋਈ ਵੀ ਹੈ ਘਟਦਾ ਨਹੀਂ ਹੁੰਦਾ, ਵੱਧਦਾ ਹੀ ਜਾਂਦਾ ਹੁੰਦਾ ਹੈ। ਇਲਾਜ ਦੇ ਥੱਲੇ ਵੀ ਰੋਗ ਵਧੀ ਜਾਂਦਾ ਹੈ, ਚਿੰਤਾ ਵੱਧਦੀ ਜਾਂਦੀ। ਇਹਦਾ ਇਲਾਜ ਸਤਿਗੁਰੂ ਜੀ ਦੱਸਦੇ ਵੀ ਚੇਤਾ ਏਕ ਤਹੀਂ ਸੁਖ ਹੋਏ। ਚਿੰਤਾ ਦੀ ਥਾਂ ਤੇ ਜੇ ਪ੍ਰਮਾਤਮਾ ਦਾ ਚਿੰਤਨ ਕਰਾਂਗੇ ਤਾਂ ਸੁਖ ਹੋਏਗਾ। चिंता था कि कीजिए जो अनहोनी होए, यह मार्ग संसार को नानक थिर नहीं कोए। स्थिरता तो है ही नहीं संसार दे विच किते। ये तो यही है किते घट किते वध, किते वध किते घट। शोक सागर चिंता दा यह समुंदर है। हाँ जी। कर कृपा उधर हर नागर। हुण अरदास बेनती करनी है। नागर कहंदे ने सुंदर नूं, परमात्मा दे लई वरतिया गया शब्द है। कर कृपा, हे मेरे मालिक हरि सुंदर वाहिगुरु, कृपा करके सानू ये झूठे मोह तो, तृष्णा दी अग्नि तो ते चिंता दे समुंदर दे विच डुबण तो बचा लो। क्योंकि गोते खाहे ना निकले। असीं गोते खा रहे हैं, निकल नहीं सकते। बेबसी है, लाचारी है। आप कृपा करके बचा लो। हाँ जी।
ਚਰਨ ਕਮਲ ਸਰਣਾਏ ਨਾਰਾਇਣ। ਨਾਰਾਇਣ ਵਾਹਿਗੁਰੂ ਪਰਮੇਸ਼ਰ ਜੀ ਦੇ ਲਈ ਵਰਤਿਆ ਸ਼ਬਦ ਹੈ। ਸੌਖਾ ਜਿਹਾ ਅਰਥ ਹੈ ਵੀ ਨਾਰ ਪਲਸ ਆਇਣ। ਆਇਣ ਨਾਮ ਘਰ ਦਾ ਹੁੰਦਾ, ਨਰ ਮਨੁੱਖ ਹੈ। ਜਿਸ ਪ੍ਰਮਾਤਮਾ ਨੇ ਆਪਣੇ ਰਹਿਣ ਵਾਸਤੇ ਟਿਕਾਣਾ ਬਣਾਇਆ ਮਨੁੱਖ ਨੂੰ ਜੀਵਾਂ ਦੇ ਵਿੱਚ। ਨਾਰਾਇਣ ਨਾਰ ਦੇ ਅੰਦਰ ਜਿਹਨੇ ਘਰ ਬਣਾਇਆ, ਸਾਡੇ ਅੰਦਰ ਘਰ ਬਣਾਇਆ, ਸਭ ਦੇ ਅੰਦਰ ਬੈਠੇ ਹੈ। ਚਾਰਨ ਕਮਲ ਸਰਣਾਏ, ਐਸਾ ਜੋ ਵਾਹਿਗੁਰੂ ਹੈ ਉਹਦੀ ਚਾਰਨ ਕਮਲ, ਚਰਨ ਕਮਲ ਜਿਹੜੇ ਕਮਲਾਂ ਦੀ ਨਿਆਈ ਨੇ ਚਰਨ, ਸਰਣਾਏ ਸਰਣ ਆਏ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਹਾਂਜੀ। ਦੀਨਾਨਾਥ ਭਗਤ ਪਰਾਇਣ। ਕੈਸਾ ਹੈ ਪ੍ਰਮਾਤਮਾ ਦੀਨਾਨਾਥ। ਦੀਨ ਕਹਿੰਦੇ ਨਿਵਾਣੇ ਨੂੰ, ਨਾਥ ਕਹਿੰਦੇ ਹਨ ਖਸਮ ਨੂੰ। ਪ੍ਰਮਾਤਮਾ ਉਹਨਾਂ ਦਾ ਖਸਮ, ਉਹਨਾਂ ਦਾ ਮਾਲਕ ਬਣਦਾ ਜਿਹੜੇ ਦੀਨ ਨੇ, ਜਿਹੜੇ ਨਿਵਾਣੇ ਨੇ। ਜਿਹੜਾ ਕਹਿੰਦਾ ਵੀ ਮੇਰਾ ਕੋਈ ਨਹੀਂ ਹੈ, ਉਹਦਾ ਬਣਦਾ ਉਹ। ਪਰ ਜਿਹੜੇ ਨੇ ਕਿਸੇ ਨੂੰ ਹੋਰ ਨੂੰ ਬਣਾਇਆ ਉਹਦਾ ਨਹੀਂ ਉਹ ਮਾਲਕ ਬਣਦਾ। ਉਹ ਕਹਿੰਦਾ ਵੀ ਤੇਰਾ ਤੇ ਹੈਗਾ, ਕਿਉਂਕਿ ਮਾਲਕ ਇੱਕ ਸਮੇਂ ਇੱਕੋ ਹੀ ਹੋ ਸਕਦਾ ਹੈ, ਦੋ ਨਹੀਂ ਹੋ ਸਕਦੇ। ਜਦੋਂ ਦੋ ਮਾਲਕ ਬਣਨ ਦੀ ਕੋਸ਼ਿਸ਼ ਕਰਾਂਗੇ ਫਿਰ ਉਹ ਵੱਖਰੇ ਹੋ ਜਾਣਗੇ। ਇੱਕ ਮਿਆਨ 'ਚ ਦੋ ਕਿਰਪਾਨਾਂ ਨਹੀਂ ਪੈਂਦੀਆਂ, ਇੱਕੋ ਹੀ ਹੋਊਗਾ। ਭਾਈ ਮਾਂਝਾ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਦੇ ਕੋਲ, ਕਹਿੰਦਾ ਮਹਾਰਾਜ ਮੈਨੂੰ ਸਿੱਖ ਬਣਾ ਲਓ। ਸਤਿਗੁਰੂ ਜੀ ਕਹਿੰਦੇ ਵੀ ਤੂੰ ਪਹਿਲਾਂ ਹੀ ਸਿੱਖ ਬਣਿਆ। ਕਹਿੰਦਾ ਜੀ ਮੈਂ ਪਹਿਲੀ ਵਾਰੀ ਆਇਆ, ਮਿਲਿਆ ਹੀ ਨਹੀਂ ਤੁਹਾਨੂੰ। ਸਿੱਖੀ ਦੇ ਉੱਤੇ ਸਿੱਖੀ ਤਾਂ ਟਿਕਦੀ ਨਹੀਂ, ਸਤਿਗੁਰੂ ਜੀ ਕਹਿੰਦੇ। ਕਹਿੰਦਾ ਜੀ ਮੈਂ ਪਹਿਲੀ ਵਾਰੀ ਆਇਆ, ਮੈਂ ਹਾਲੇ ਸਿੱਖ ਨਹੀਂ ਬਣਿਆ। ਸਤਿਗੁਰੂ ਜੀ ਕਹਿੰਦੇ ਸਾਡਾ ਨਹੀਂ ਬਣਿਆ, ਕਿਸੇ ਦਾ ਤਾਂ ਬਣਿਆ। ਕਿਹਦਾ ਬਣਿਆ ਹੋਇਆ? ਲਾਲਾ ਵਾਲੇ ਪੀਰ ਦਾ, ਨਗਾਈਏ ਦਾ, ਧੌਂਕੜੀਏ ਦਾ। ਘਰ ਦੇ ਵਿੱਚ ਉਹਦੀ ਥਾਂ ਬਣਾਈ ਹੋਈ ਹੈ। ਕਹਿੰਦਾ ਨਹੀਂ ਮੈਂ ਛੱਡ ਦਿੰਨਾ। ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਨਹੀਂ ਮੰਨਦੇ। ਜਦੋਂ ਤੱਕ ਉਹਨੂੰ ਘਰੋਂ ਢਾਹ ਕੇ ਬਾਹਰ ਨਹੀਂ ਸੁੱਟਦਾ ਉਦੋਂ ਤੱਕ ਨਹੀਂ ਅਸੀਂ ਮੰਨਦੇ ਹਾਂ। ਜਾਂ ਉਹਨੂੰ ਘਰੋਂ ਬਾਹਰ ਸੁੱਟ ਕੇ ਫੇਰ ਆਈ। ਗੱਲ ਹੀ ਨਹੀਂ ਕੀਤੀ ਸਤਿਗੁਰਾਂ ਜੀ ਨੇ ਅਗਲੀ। ਹੁਣ ਜਦੋਂ ਤੱਕ ਉਹ ਘਰ ਤੋਂ ਬਾਹਰ ਪੁੱਟ ਕੇ ਸੁੱਟਦਾ ਨਹੀਂ ਤੇ ਗੁਰੂ ਜੀ ਉਹਨੂੰ ਹੋਰ ਗੱਲ ਹੀ ਨਹੀਂ ਕਰਦੇ। ਦੀਨਾਨਾਥ ਉਹ ਨਾਥ ਉਹਦਾ ਹੈ ਜਿਹਦਾ ਕੋਈ ਪਹਿਲਾਂ ਖਸਮ ਨਹੀਂ ਹੈ। ਤੇ ਖਸਮ ਦੇ ਹੁੰਦਿਆਂ ਦੂਸਰੇ ਖਸਮ ਦੀ ਕਿੱਥੇ ਲੋੜ ਪੈਂਦੀ? ਦੋ ਖਸਮ ਹੁੰਦੇ ਕਿਤੇ ਨਹੀਂ, ਇੱਕੋ ਹੀ ਹੁੰਦਾ ਹੈ। ਜਿਹਦਾ ਕੋਈ ਨਹੀਂ ਹੈ ਉਹਦਾ ਉਹ ਮਾਲਕ ਬਣਦਾ ਹੈ, ਪਰ ਜਿਹਨੇ ਕਿਸੇ ਹੋਰ ਨੂੰ ਬਣਾਇਆ ਹੋਇਆ ਉਹਦਾ ਬਣਦਾ ਨਹੀਂ ਹੈ। ਦੀਨਾਨਾਥ ਦੀਨ ਨਿਵਾਣਾ, ਜਿਹਦਾ ਕੋਈ ਨਹੀਂ, ਬਣਨ ਨੂੰ ਹੀ ਤਿਆਰ ਨਹੀਂ ਹੈ ਕੋਈ। ਭਗਤ ਪਰਾਇਣ, ਤੇ ਭਗਤਾਂ ਦਾ ਹੈ ਆਸਰਾ। ਹੁਣ ਭਗਤਾਂ ਦਾ ਕਿਉਂ ਆ ਉਹ? ਤੂੰ ਉਹਨਾਂ ਕਾ ਤੇਰੇ ਹੋਏ। ਰਿਸ਼ਤਾ ਜਿਹੜਾ ਹੈ ਉਹ ਬਣਾਉਣ ਦੇ ਲਈ ਨਿਯਮ ਹੈ ਕਿ ਸਾਨੂੰ ਕਿਸੇ ਦੇ ਬਣਨਾ ਪੈਂਦਾ, ਫਿਰ ਅਗਲਾ ਸਾਡਾ ਬਣਦਾ। ਆਪ ਬਣਨਾ ਪੈਂਦਾ ਪਹਿਲਾਂ ਕਿਸੇ ਦਾ। ਤੇ ਹੁਣ ਇਹ ਤੇ ਹਰੇਕ ਚਾਹੁੰਦਾ ਵੀ ਮੈਂ ਕਿਸੇ ਨੂੰ ਆਪਣਾ ਬਣਾ ਲਾਂ, ਕੋਈ ਨਹੀਂ ਬਣਦਾ। ਕਿਉਂ ਨਹੀਂ ਬਣਦਾ ਬਈ?
क्योंकि तू नहीं किसी का बनया भाई, पहले बनना है ओदा फिर वो बनेगा। मेरे राम राय तू संतां का संत तेरे। क्यों है परमात्मा संतां दा? क्योंकि संत तेरे बन चुके ने। मेरे राम राय तू संतां का, तू संतां दा क्यों है भाई? संतां दा संत तेरे, क्योंकि संत तेरे हो चुके ने। सो जेड़े ओदे बन गए परमात्मा उन्हां दा बन जांदा है। हुण परमात्मा सानू अपने बनावे, उन्हें तो अपने बनाए हैं सारे। एक पिता एक सके हम बारक तू मेरा गुरहाई। उन्हें तो अपने बनाए सारे, रहने को तैयार नहीं नाल कोई। सो भाई भगत परायण भगतां दा आसरा, क्योंकि भगत परमात्मा दे आसरे ने। इस करके उन्हां भगतां दा ख्याल परमात्मा फिर आप रखदा है। दीन निमाणा भगत दोवां दे नाल है वाहिगुरू परमेश्वर, क्योंकि दोवां ने उन्हों अपना खसम मन्निया, अपना आसरा मन्निया होया है। वाहिगुरू परमेश्वर जी सब दे बनन नूं तैयार ने, सब दे ने। कोई बना लो, उन्हें अपना कोई इतराज नहीं। पर दिक्कत इत्थे आ रही है भी उहदे बणीए किवें। सब तो औखा काम है किसी दे अंडर रहना, क्योंकि उहदा कहना मनना पैना, उहदे अनुसार ही रहना चाहुंदा है। हुण साडा मन कदे भी नहीं मनदा इस गल नूं। मन की इच्छा यह है भी मेरे अधीन तां सारे रहन, पर मैं ना किसी दे अधीन होवां। साडा मन ये कहंदा अंदरों कि मैं किसी दे अधीन की क्यों कबूलां बई। हाँ, मेरे थल्ले को रहना चाहे तो ठीक है। हुण इस करके ओहदा तां नहीं बनदा इह भी ओहदी मर्जी के मुताबिक रहना पैना ते अपने घरे उहनूं अपनी मर्जी नाल रखांगे। भगत मालिक दे आसरे ने, इस करके वो परमात्मा उन्हां दा आसरा बन गया। हाँ जी, रहाओ विश्राम दे के अगे उच्चारण करते हैं। अनाथा नाथ भगत भै मेटना। मालिक जिहड़ा है वो अनाथा नाथ। अनाथा बहुवचन आ गया। जिन्ने भी अनाथ ने, जिन्हां दा कोई खासम, जिन्हां दा मालिक नहीं है, उन्हां सारियां दा मालिक परमेश्वर है। भगत भै मेटन, जेड़े उहदे भगत ने, भगत परायण, उहदे आसरे, उन्हां दे अंदरों परमात्मा ने सब तरह दा भै जिहड़ा है वो मेट दिता, डर खत्म कर दिता। भगत प्रहलाद है। आ जिहड़ा अज त्योहार है होली, उस तो बाद होला महला खालसे दा, कि होली का संबंध प्रहलाद की भूआ दे नाल जुड़िया होया है। आखिरी सी भी हुण इहनूं अग दे विच बिठा के साड़ दिओ। बैठ गया कि चौंकड़ा मार के लकड़ां चिणियां जा रही। हुण पता है भी लकड़ां चिणियां जा रही ते अग भी लगनी, पर उहदा भै मालिक ने मिटाया होया, उहनूं डर लगदा ही नहीं। उहनूं इन्ना वड्डा यकीन है अपने मालिक ते कि भी वो अग दे विच भी बचावेगा। गज के आखो सतनाम श्री वाहिगुरू। उन्होंने अग तो भी डर नहीं लगता। तो हुण जिन्हों विश्वास सी भी मेरे को शिव जी की छाल दिती हुई है, वो तो सड़ के सुआह हो गई, तो भगत फिर बच गया। भगत नूं नहीं अग ने साड़िया। भगतां दे अंदरों परमात्मा ने भै मिटा दिता। पर हुण जिहड़ा हरनाकस है प्रहलाद दा प्यो, जदों उहनूं जाके उहदे कंन च फूक मारी भी राजन काम उल्टा हो गया, कहंदा की हो गया? कहना मर गई तेरी भैन होलका होली, होलिका दहन, होली दहन हो गई। कहना भी ये गल नहीं किसी नूं दसनी है, ये गल किसी नूं नहीं दसनी।
ਕੀ ਕਰੋ, ਰਾਤ ਪੈਣ ਦਿਓ ਤੇ ਆ ਜਿਹੜੀ ਸਵਾਹ ਹੈ ਨਾ, ਚੁੱਕ ਕੇ ਲੋਕਾਂ ਦੀਆਂ ਅੱਖਾਂ 'ਚ ਪਾ ਦਿਓ। ਲੋਕਾਂ ਨੂੰ ਦਿਸਣਾ ਨਹੀਂ ਤੇ ਰੌਲਾ ਪਾ ਦਿਓ, ਹੋਲੀ ਹੈ, ਹੋਲੀ ਹੈ, ਹੋਲੀ ਹੈ। ਉਹ ਰਾਖਸ਼ਾਂ ਦਾ ਤਿਉਹਾਰ ਅੱਜ ਤੱਕ ਤੁਰਿਆ ਹੁੰਦਾ ਹੈ। ਇੱਕ ਦੂਏ ਦੀਆਂ ਅੱਖਾਂ 'ਚ ਪਾ ਕੇ ਰੰਗ ਸਵਾਹ, ਸਵਾਹ ਹੀ ਹੈ, ਬਸ ਉਹਦੇ 'ਚ ਰੰਗ ਮਿਕਸ ਕਰਤਾ ਹੈ ਤਾਂ ਸਵਾਹ ਹੀ ਮਿੱਟੀ ਹੈ। ਤੇ ਚੱਲ ਰਿਹਾ ਕੰਮ ਹੋਲੀ ਹੈ, ਹੋਲੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਲੀ ਹੈਗੀ ਹੈ, ਦਿਸਣਾ ਹੀ ਨਹੀਂ, ਅੱਖਾਂ 'ਚ ਮਿੱਟੀ ਪਾਤੀ। ਹੁਣ ਦੇਖਿਓ ਵੀ ਹੋਲੀ ਮਨਾਉਣ ਵਾਲੇ ਕਿਹਦੇ ਨਾਲ ਖੜੇ ਹੈ, ਵੀ ਇਹ ਭਗਤ ਪ੍ਰਹਿਲਾਦ ਨਾਲ ਖੜੇ ਹੈ ਕਿ ਹਰਨਾਕਸ਼ ਦੇ ਨਾਲ ਖੜੇ ਹੈ। ਹਰਨਾਕਸ਼ ਨੂੰ ਮੰਨਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਭਗਤ ਪ੍ਰਹਿਲਾਦ ਨੂੰ ਮੰਨਣ ਵਾਲਿਆਂ ਦੀ ਗਿਣਤੀ ਨਹੀਂ। ਉਹਦਾ ਜ਼ਿਕਰ ਹੀ ਨਹੀਂ ਕਰਦੇ ਭਗਤ ਪ੍ਰਹਿਲਾਦ ਦਾ, ਤੇ ਜੇ ਭਗਤ ਪ੍ਰਹਿਲਾਦ ਦਾ ਜ਼ਿਕਰ ਕਰਦੇ ਆ ਤੇ ਹੋਲੀ ਖਤਮ ਹੈ, ਫਿਰ ਹੋਲੀ ਨਹੀਂ ਰਹਿੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਜੀਵਨ ਦੇ ਵਿੱਚ ਬਦਲਾਅ ਲਿਆਂਦਾ। ਕਹਿੰਦੇ ਓਏ ਇਹ ਝੂਠੇ ਤਿਉਹਾਰ ਮਨਾਉਣੇ ਛੱਡ ਦਿਓ, ਆਪਾਂ ਨੇ ਨਹੀਂ ਇਹ ਕੰਮ ਕਰਨੇ। ਸਭ ਕੁਝ ਬਦਲਿਆ ਸਤਿਗੁਰਾਂ ਜੀ ਨੇ ਸਾਡਾ, ਪਰ ਸਾਨੂੰ ਖੁਦ ਨੂੰ ਨਹੀਂ ਪਤਾ ਵੀ ਗੁਰੂ ਜੀ ਨੇ ਕੀ ਬਦਲਿਆ। ਆ ਵਿਆਹ ਦੇ ਵਿੱਚ ਭੰਗੜੇ ਪਾਉਂਦੇ ਆ, ਨੱਚਦੇ ਆ, ਕਿਰਪਾਨਾਂ ਪਾਈਆਂ ਹੋਈਆਂ, ਹੋਰ ਵੀ ਬਹੁਤ ਕੁਝ ਹੁੰਦਾ ਹੈ। ਪੁੱਛਦੇ ਆ ਜੀ ਇਹ ਮਨ ਹੈ, ਵਿਚਾਰ ਧਿਆਨ ਨਾਲ ਕਰਨੀ, ਕਿਉਂਕਿ ਸਾਡੀ ਇਮਾਨਦਾਰੀ ਨਹੀਂ ਹੈ। ਇਮਾਨਦਾਰੀ ਇਹ ਹੈ ਵੀ ਜਦੋਂ ਜਿਹੜੇ ਕੰਮ ਤੋਂ ਆਪਾਂ ਨੇ ਹਟਣਾ ਨਹੀਂ, ਫਿਰ ਉਹਨੂੰ ਆਪਾਂ ਨੇ ਅੰਦਰ ਵਸਾਇਆ। ਦੂਈ ਗੱਲ ਸੁਣਨੀ ਨਹੀਂ ਆਪਾਂ ਨੇ, ਵੀ ਜਦੋਂ ਆਪਾਂ ਕਰਨਾ ਹੀ ਨਹੀਂ ਇਹ ਕੰਮ, ਆਪਾਂ ਕਾਹਦੇ ਲਈ ਸੁਣਨਾ। ਸਾਡੇ ਘਰੇ ਖੁਸ਼ੀ ਦਾ ਸਮਾਂ ਹੈ, ਬੱਚੇ ਦਾ ਵਿਆਹ ਕੀਤਾ ਹੈ ਜਾਂ ਫਿਰ ਪੁੱਤਰ ਦਾ ਜਨਮ ਹੋਇਆ ਹੈ, ਤੇ ਦੋ ਸਮੇਂ ਸਾਡੇ ਘਰੇ ਵਧਾਈ ਲੈਣ ਆਉਂਦੇ ਆ। ਕੌਣ ਆਉਂਦੇ ਆ ਬਈ? ਪਤਾ ਸਭ ਨੂੰ ਖੁਸਰੇ ਆਉਂਦੇ ਆ ਨਾ। ਤੇ ਇਹ ਨੱਚਣਾ ਕੰਮ ਨਾ ਤਾਂ ਬੀਬੀਆਂ ਦਾ ਨਾ ਭਾਈਆਂ ਦਾ, ਇਹ ਨੱਚਣਾ ਕੰਮ ਹੀ ਖੁਸਰਿਆਂ ਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਪਣੇ ਆਪ ਨੂੰ ਵੇਖ ਲਿਓ ਵੀ ਤੁਸੀਂ ਬੀਬੀ ਐ ਕਿ ਭਾਈ ਐ ਕਿ ਖੁਸਰੇ ਐ। ਨੱਚਣਾ ਕੰਮ ਖੁਸਰਿਆਂ ਦਾ ਹੈ, ਨਾ ਬੀਬੀਆਂ ਦਾ ਭਾਈਆਂ ਦਾ। ਇਹ ਸਾਡੇ ਸਮਾਜ ਦੇ ਵਿੱਚ ਵਰਤਾਰਾ ਹੈ, ਸਾਨੂੰ ਸਭ ਨੂੰ ਪਤਾ। ਹੁਣ ਆਪਣਾ ਹਿਸਾਬ ਆਪੇ ਲਾਇਓ ਵੀ ਆਪਾਂ ਕੌਣ ਹੈ। ਜੇ ਤਾਂ ਖੁਸਰੇ ਆ ਫਿਰ ਨੱਚੋ, ਘਰੇ ਵੀ ਨੱਚੋ, ਲੋਕਾਂ ਦੇ ਵੀ ਨੱਚਣ ਜਾਓ, ਵਧਾਈਆਂ ਲੈਣ। ਉਹ ਤਾਂ ਸਾਰਿਆਂ ਦੇ ਜਾਂਦੇ ਆ ਬਿਨਾਂ ਭੇਦਭਾਵ ਤੋਂ, ਗਰੀਬ ਦੇ ਵੀ ਅਮੀਰ ਦੇ ਵੀ, ਉਹਨਾਂ ਦਾ ਕੋਈ ਰਿਸ਼ਤੇਦਾਰ ਥੋੜੀ ਵਿਚਾਰਿਆਂ ਦਾ। ਫਿਰ ਤਾਂ ਘਰੇ ਵੀ ਨੱਚੋ ਤੇ ਗੁਆਂਢੀਆਂ ਦੇ ਵੀ ਜਾ ਕੇ ਨੱਚੋ, ਵਧਾਈਆਂ ਲੈ ਕੇ ਆਓ, ਜੇ ਖੁਸ਼ ਰਹੇ ਆ। ਨਹੀਂ, ਸਾਡਾ ਕੰਮ ਤਾਂ ਨਹੀਂ ਹੈ ਇਹ, ਨਾ ਬੀਬੀਆਂ ਦਾ ਨਾ ਭਾਈਆਂ ਦਾ। ਨੱਚਣਾ ਸਾਡਾ ਕੰਮ ਹੀ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀਆਂ, ਕਹਿੰਦੇ ਵੀ ਤੁਸੀਂ ਨਾ ਘੋੜੀਆਂ ਦਾ ਪਾਠ ਕਰਿਆ ਕਰੋ ਜਦੋਂ ਤੁਹਾਡੇ ਘਰੇ ਖੁਸ਼ੀ ਹੋਵੇ। ਹੈਗੀਆਂ ਵਡਾਂਸ ਰਾਗ ਦੇ ਵਿੱਚ ਘੋੜੀਆਂ? ਨਹੀਂ ਪਤਾ। ਬਾਣੀ ਦੇ ਰਾਹੀਂ ਗੁਰੂ ਦੇ ਨਾਲ ਹੀ ਆਪਣੀ ਖੁਸ਼ੀ ਰੱਖਣੀ ਹੈ। ਤੇ ਜਦੋਂ ਗੁਰੂ ਦੇ ਨਾਲ ਖੁਸ਼ੀ ਮਨਾਉਂਗੇ ਨਾ, ਕੁਝ ਵੀ ਨਹੀਂ ਹੋਊਗਾ ਸਾਡੇ ਘਰ ਦੇ ਵਿੱਚ। ਜਿਹੜਾ ਕੁਝ ਹੁੰਦਾ ਹੈ ਇਹ ਸਾਰਾ ਕੁਝ ਪੈਲਸਾਂ ਵਿੱਚ ਹੁੰਦਾ, ਕਿਉਂਕਿ ਗੁਰੂ ਨੂੰ ਘਰੇ ਛੱਡਿਆ। ਜੇ ਗੁਰੂ ਦੁਆਰੇ ਵਿਆਹ ਹੋਵੇਗਾ ਤਾਂ ਕੁਝ ਵੀ ਨਹੀਂ ਹੋਊਗਾ, ਸਭ ਕੁਝ ਉੱਥੇ ਹੁੰਦਾ ਹੈ। ਤੇ ਜਵਾਬ ਕੀ ਹੈ ਜੀ? ਕਹਿੰਦੇ ਇਹਦੇ ਬਿਨਾਂ ਵਿਆਹ ਨਹੀਂ ਹੁੰਦਾ। ਮੈਂ ਕਿਹਾ ਮੈਂ ਦਿਖਾਉਣਾ ਜਿਨ੍ਹਾਂ ਦੇ ਹੋ ਰਹੇ ਨੇ। ਜਿਹੜੇ ਗੁਰਸਿੱਖਾਂ ਦੇ ਬੱਚੇ ਬੱਚੀਆਂ ਦੇ ਵਿਆਹ ਹੋ ਰਹੇ ਆ ਗੁਰਦੁਆਰੇ ਦੇ ਵਿੱਚ, ਉਹ ਹੋ ਨਹੀਂ ਰਹੇ। ਐ ਕਿਵੇਂ ਕਹਿੰਦੇ ਆ ਵੀ ਹੁੰਦਾ ਨਹੀਂ? ਹੁੰਦਾ ਤਾਂ ਹੈਗਾ। ਇਹ ਕਹੋ ਵੀ ਆਪਾਂ ਕਰਨਾ ਨਹੀਂ ਚਾਹੁੰਦੇ, ਆਪਾਂ ਕਰਨਾ ਨਹੀਂ ਚਾਹੁੰਦੇ, ਹੋ ਤਾਂ ਜਾਂਦਾ ਅਸੀਂ ਕਰਨਾ ਨਹੀਂ ਚਾਹੁੰਦੇ। ਇਹ ਕਹੋ ਹੋ ਜਾਂਦਾ। ਹੋ ਰਹੇ ਨੇ ਗੁਰਸਿੱਖਾਂ ਦੇ ਵਿਆਹ ਬੱਚਿਆਂ ਦੇ ਹੋ ਰਹੇ ਨੇ, ਬੱਚਿਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ
ਔਰ ਇਹ ਵੀ ਨਹੀਂ ਕੋਈ ਉਹ ਗਰੀਬ ਹੈ ਵੀ ਤਾਂ ਗੁਰਦੁਆਰੇ ਕਰਦੇ ਆ, ਮਾਲਕ ਦੀ ਬੜੀ ਕਿਰਪਾ, ਬਹੁਤ ਮਾਇਆ ਉਹਨਾਂ ਕੋਲ, ਪਰ ਉਹ ਮਾਇਆ ਦੇ ਵਿੱਚ ਅੰਨੇ ਨਹੀਂ ਹੁੰਦੇ, ਮਾਇਆ ਦੇ ਵਿੱਚ ਬੋਲੇ ਨਹੀਂ ਹੁੰਦੇ। ਉਹਨਾਂ ਨੇ ਆਪਣੀ ਗੁਰਮਰਿਆਦਾ ਨੂੰ ਰੱਖਿਆ। ਸੋ ਗੁਰਮੁਖੋ ਘੋੜੀਆਂ ਗੁਰੂ ਪਾਤਸ਼ਾਹ ਜੀ ਨੇ ਬਖਸ਼ੀਆਂ। ਸਾਡਾ ਖੁਸ਼ੀ ਦਾ ਸਮਾਗਮ ਘੋੜੀਆਂ ਦੇ ਨਾਲ ਮਰਨਾ। ਉੱਥੇ ਪਾਤਸ਼ਾਹ ਜੀ ਕਹਿੰਦੇ ਅਲਾਣੀਆਂ ਨੇ ਤੇਰੇ ਕੋਲ ਸਿੱਖਾ ਸਭ ਕੁਝ ਦੇ ਦਿੱਤਾ, ਵਿਆਹ ਹੋਵੇ ਤੇ ਤੈਨੂੰ ਲਾਵਾਂ ਦੇ ਦਿੱਤੀਆਂ। ਤੋ ਆਪਣੇ ਜੀਵਨ ਨੂੰ ਹਰ ਇੱਕ ਪਾਸੇ ਤੋਂ ਬਦਲਣਾ। ਸਤਿਗੁਰੂ ਜੀ ਕਹਿੰਦੇ ਰੀਤੀ ਰਿਵਾਜ ਤਿਉਹਾਰ ਜਿਹੜੇ ਨੇ ਉਹ ਖਾਲਸੇ ਦੇ ਵੱਖਰੇ ਨੇ, ਕਿਉਂਕਿ ਜਦੋਂ ਖਾਲਸਾ ਹੈ ਹੀ ਨਿਆਰਾ ਤੇ ਫਿਰ ਇਹਦੇ ਕਾਰਨ ਵੀ ਤਾਂ ਨਿਆਰੇ ਵੱਖਰੇ ਹੋਣੇ ਚਾਹੀਦੇ ਨੇ। ਪਾਤਸ਼ਾਹ ਜੀ ਕਹਿੰਦੇ ਲੋਕਾਂ ਦੀ ਹੋਲੀ, ਪਰ ਸਾਡੀ ਹੋਲੀ ਨਹੀਂ ਹੈ। ਕਿਵੇਂ ਮਨਾਉਣਾ? ਕਲਗੀਧਰ ਪਾਤਸ਼ਾਹ ਜੀ ਨੇ ਆਪ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 1701 ਦੇ ਵਿੱਚ ਦੱਸ ਦਿੱਤਾ। ਸਿੱਖਾਂ ਨੂੰ ਦੋ ਜਥਿਆਂ ਦੇ ਵਿੱਚ ਵੰਡਿਆ, ਦੋਆਂ ਦੀ ਵਰਦੀ ਵੱਖਰੀ ਕੀਤੀ। ਫਿਰ ਇੱਕ ਸਤਿਗੁਰਾਂ ਜੀ ਨੇ ਥੜਾ ਰਚਿਆ ਜਿੱਥੇ ਕਿਲਾ ਹੋਲਗੜ੍ਹ ਸਾਹਿਬ ਬਣਿਆ। ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਹਿੰਮਤ ਕਰੋ, ਆਪਾਂ ਨੇ ਇਹਦੇ ਉੱਤੇ ਕਬਜ਼ਾ ਕਰਨਾ। ਆਪ ਕਲਗੀਧਰ ਪਾਤਸ਼ਾਹ ਜੀ ਵੇਖ ਰਹੇ ਨੇ ਤੇ ਸਿੱਖ ਉਹਦੇ ਉੱਤੇ ਫਿਰ ਜੱਦੋ ਜਹਿਦ ਕਰਕੇ ਕਬਜ਼ਾ ਕਰਦੇ। ਜਿਹੜਾ ਜਿੱਤ ਗਿਆ ਉਹਨੂੰ ਸਤਿਗੁਰੂ ਜੀ ਉਤਸ਼ਾਹਤ ਕਰਦੇ, ਸਰੋਪੇ ਬਖਸ਼ਦੇ, ਇਨਾਮ ਦਿੰਦੇ। ਦੂਸਰਿਆਂ ਨੂੰ ਫਿਰ ਕਹਿੰਦੇ ਵੀ ਹੁਣ ਤਾਕੜੇ ਹੋ ਜਾਓ ਬਈ, ਹੁਣ ਇਹ ਵਾਰੀ ਤੁਹਾਡੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਸਤਿਗੁਰਾਂ ਜੀ ਨੇ ਨਾਮ ਦਿੱਤਾ ਹੋਲਾ ਮਹੱਲਾ। ਲੋਕਨ ਕੀ ਹੋਲੀ ਮਾਮ ਹੋਲਾ। ਹੋਲੀਆਂ ਲੋਕਾਂ ਦੀਆਂ ਨੇ। ਸਾਹਿਬ ਜੀ ਕਹਿੰਦੇ ਸਾਡਾ ਤੇ ਭਾਈ ਹੋਲਾ ਮਹੱਲਾ। ਅੱਗੇ ਸਮਾਗਮ ਇਹ 7 ਦਿਨਾਂ ਦਾ ਹੋਇਆ ਕਰਦਾ ਸੀ, ਹੁਣ 3 ਦਿਨਾਂ ਦਾ ਹੋ ਗਿਆ। ਸੋ ਜਿੱਥੇ ਆਪਾਂ ਨੇ ਸਰੀਰਕ ਤੌਰ ਤੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਭਾਈ, ਉੱਥੇ ਮਾਨਸਿਕ ਤੌਰ ਤੇ ਵੀ ਆਪਣੇ ਆਪ ਨੂੰ ਐਕਟਿਵ ਰੱਖਣਾ। ਤਨ ਤੇ ਮਨ ਦੋਵੇਂ ਐਕਟਿਵ ਹੋਣਗੇ ਤਾਂ ਆਪਾਂ ਆਪਣੇ ਜੀਵਨ ਦੇ ਆਸ਼ੇ ਦੇ ਵਿੱਚ ਸਫਲ ਹੋਵਾਂਗੇ। ਹੋਲਾ ਮਹੱਲਾ ਬਖਸ਼ਿਆ ਸਤਿਗੁਰਾਂ ਜੀ। ਬਸੰਤ ਰਾਗ ਦੀ ਸਮਾਪਤੀ ਅੱਜ ਦੇ ਦਿਨ ਹੋ ਜਾਂਦੀ। ਹੁਣ ਆਪਾਂ ਕਹਿੰਦੇ ਵੀ ਸਾਨੂੰ ਨੌਲੇਜ ਹੈ, ਜਾਣਕਾਰੀ ਹੈ, ਉਹ ਆਪਣੇ ਬਾਰੇ ਤਾਂ ਜਾਣਕਾਰੀ ਰੱਖੋ, ਦੂਸਰੇ ਦੀ ਜਾਣਕਾਰੀ ਨੂੰ ਕੀ ਲੈਣਾ ਆਪਾਂ ਨੇ? ਆਪਣੀ ਜਾਣਕਾਰੀ ਕੀ ਹੈ? ਆਪਣੇ ਬਾਰੇ ਨਹੀਂ ਪਤਾ। ਹੋਲੀ ਬਾਰੇ ਪਤਾ, ਹੋਲੇ ਮਹੱਲੇ ਬਾਰੇ ਨਹੀਂ ਪਤਾ। ਇਹ ਕੀ ਹੁੰਦਾ ਜੀ? ਕਿਉਂਕਿ ਉੱਥੇ ਉਸ ਪਾਸੇ ਨੂੰ ਝੁਕਾ ਹੈ। ਪਾਤਸ਼ਾਹ ਜੀ ਕਹਿੰਦੇ ਅਨਾਥਾਂ ਨਾਥ ਭਗਤ ਭੈ ਮੇਟਨ। ਜਿਹੜਾ ਉਹਦਾ ਭਗਤ ਹੈ ਉਹਦੇ ਅੰਦਰੋਂ ਮਾਲਕ ਨੇ ਭੈ ਡਰ ਦੂਰ ਕਰਤਾ, ਉਹ ਨਹੀਂ ਡਰਦਾ। ਨਿਰਭਉ ਬਾਲਕ ਮੂਲ ਨਾ ਡਰੀ ਮੇਰੇ ਅੰਤਰ ਗੁਰ ਗੋਪਾਲਾ। ਉਹ ਕਹਿੰਦਾ ਮੇਰੇ ਅੰਦਰ ਮੇਰਾ ਪਰਮਾਤਮਾ ਬੈਠਿਆ, ਮੈਨੂੰ ਡਰਨ ਦੀ ਕਿਹੜੀ ਲੋੜ ਹੈ? ਜਿਹਨੂੰ ਇਹ ਅਹਿਸਾਸ ਹੋ ਗਿਆ ਨਾ ਮੇਰੇ ਅੰਦਰ ਬੈਠਿਆ ਹੈ, ਉਹਨੂੰ ਕੋਈ ਡਰ ਨਹੀਂ ਹੈ। ਪਰ ਜਿਹੜੇ ਹਾਲੇ ਕਲਪਨਾ ਬਾਹਰ ਕਰਦੇ ਵੀ ਰੱਬ ਕਿਤੇ ਬਾਹਰ ਰਹਿੰਦਾ, ਆਊਗਾ ਛਡਾਊਗਾ, ਉਹ ਫਿਰ ਡਰਦਾ ਹੀ ਰਹੂਗਾ। ਅੰਦਰ ਬੈਠਿਆ ਸਭ ਦੇ। ਸੋ ਭਗਤ ਦਾ ਭਾਈ ਡਰ ਇਸ ਕਰਕੇ ਖਤਮ ਹੋ ਗਿਆ। ਉਹ ਕਹਿੰਦਾ ਮੇਰੇ ਅੰਦਰ ਬੈਠਿਆ, ਮੈਨੂੰ ਪਾਲਣਾ ਕਰਨ ਵਾਲਾ, ਮੈਨੂੰ ਕਾਹਦਾ ਡਰ ਹੈ? ਨਹੀਂ ਡਰਦੇ ਭਗਤ ਜਨ। 15 ਭਗਤਾਂ ਦੀ ਬਾਣੀ, ਕੋਈ ਭਗਤ ਡਰਿਆ ਕੋਈ ਕਿਸੇ ਤੋਂ? ਬਹੁਤ ਵੱਡੀ ਤਾਕਤ ਹੁੰਦੀ ਬਾਦਸ਼ਾਹੀ, ਭਗਤ ਨਹੀਂ ਡਰੇ। ਭਗਤ ਕਬੀਰ ਜੀ ਨਹੀਂ ਡਰੇ, ਭਗਤ ਰਵਿਦਾਸ ਜੀ ਨਹੀਂ ਡਰੇ, ਕਿਉਂਕਿ ਉਹਨਾਂ ਦੇ ਅੰਦਰੋਂ ਡਰ ਮੇਰੇ ਮਾਲਕ ਨੇ ਮਿਟਾ ਦਿੱਤਾ। ਹਾਂਜੀ, ਸਾਧ ਸੰਗ ਜਮਦੂਤ ਨਾ ਭੇਟਣ। ਸਤਿਗੁਰਾਂ ਜੀ ਦੀ ਸੰਗਤ ਦੇ ਵਿੱਚ ਆ ਕੇ ਜਿਹੜੇ ਜਮਦੂਤ ਨੇ ਨਾ ਭੇਟਣ, ਉਹਨਾਂ ਦੇ ਨਾਲ ਸਾਡੀ ਭੇਟਾ ਨਹੀਂ ਹੁੰਦੀ, ਸਾਨੂੰ ਨਹੀਂ ਮਿਲਦੇ ਉਹ। ਕਿਉਂ? ਸਾਧ ਸੰਗ ਓਏ ਦੁਸ਼ਟ ਵਾਸ ਹੋਤੇ। ਸਤਿਗੁਰੂ ਜੀ ਕਹਿੰਦੇ ਵੀ ਆ ਜਿਹੜੇ ਜਮਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਾਂ ਹੁਣ ਤੇਰੇ ਨਾਲੇ ਹੈ ਨਾ। ਜਦੋਂ ਤੂੰ ਸਤਿਗੁਰਾਂ ਜੀ ਦੀ ਸੰਗਤ ਦੇ ਵਿੱਚ ਆ ਜਾਂਦੇ, ਤੇਰੇ ਉੱਤੇ ਆਪਣਾ ਇਹ ਅਸਰ ਨਹੀਂ ਪਾਉਂਦੇ।
ਪਹਿਲਾਂ ਜਿਉਂਦੇ ਜੀ ਇਹਨਾਂ ਜਮਦੂਤਾਂ ਤੋਂ ਬਚੋ। ਜੇ ਜਿਉਂਦੇ ਜੀ ਇਹਨਾਂ ਕੋਲੋਂ ਬਚ ਗਏ ਤਾਂ ਫਿਰ ਮਰਨ ਤੋਂ ਬਾਅਦ ਵਾਲਿਆਂ ਦਾ ਤਾਂ ਖਤਰਾ ਹੈ ਹੀ ਨਹੀਂ। ਪਰ ਜੇ ਆਪਾਂ ਜਿਉਂਦੇ ਜੀ ਇਹਨਾਂ ਤੋਂ ਨਹੀਂ ਬਚੇ ਫਿਰ ਮਰਨ ਤੋਂ ਬਾਅਦ ਤਾਂ ਖਤਰਾ ਬਣਿਆ ਹੋਇਆ ਹੈ ਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਾਧ ਸੰਗ ਜਮਦੂਤ ਨਾ ਭੇਟਣ। ਸਤਿਗੁਰਾਂ ਜੀ ਦੀ ਸੰਗਤ ਦੇ ਵਿੱਚ ਜਮਦੂਤ ਨਹੀਂ ਮਿਲਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਜਿਹੜੇ ਜਮਦੂਤ ਜਿਹੜੇ ਜਿਉਂਦੇ ਜੀ ਸਾਨੂੰ ਚੰਬੜੇ ਹੋਏ ਨੇ, ਜਿਹੜੇ ਕਦੇ ਛੱਡਦੇ ਹੀ ਨਹੀਂ, ਸੁੱਟਣਗੇ ਤੈਨੂੰ ਨਰਕਾਂ ਦੇ ਵਿੱਚ ਫੇਰ। ਤੋ ਸਤਿਗੁਰਾਂ ਜੀ ਦੀ ਸੰਗਤ ਦੇ ਵਿੱਚ ਆ ਕੇ ਭਾਈ ਅਸੀਂ ਇਹਨਾਂ ਤੋਂ ਬਚ ਜਾਂਦੇ। ਜਿਹੜਾ ਬਚ ਗਿਆ ਤੇ ਬਚ ਗਿਆ, ਫਿਰ ਉਹਨੂੰ ਕਾਹਦਾ ਡਰ ਹੈ? ਹਾਂਜੀ, ਜੀਵਨ ਰੂਪ ਅਨੂਪ ਦਇਆਲਾ। ਹੁਣ ਸਾਧ ਸੰਗਤ ਦੇ ਵਿੱਚ ਸਤਿਗੁਰੂ ਜੀ ਕੀ ਦੱਸਦੇ ਆ ਸਾਨੂੰ? ਪਰਮਾਤਮਾ ਦੀ ਗੱਲ ਕਰਦੇ ਨਾ। ਸਾਧ ਸੰਗਤ ਦੇ ਵਿੱਚ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ। ਨਾਮ ਦੀ ਗੱਲ ਕੀਤੀ ਜਾਂਦੀ ਨਾ। ਹੁਣ ਜਿਹੜਾ ਨਾਮ ਹੈ, ਜਿਹੜਾ ਪਰਮਾਤਮਾ, ਪਾਤਸ਼ਾਹ ਜੀ ਕਹਿੰਦੇ ਜੀਵਨ ਰੂਪ, ਸਾਰਿਆਂ ਨੂੰ ਜੀਵਨ ਰੂਪ ਹੈ, ਜੀਵਨ ਦੇਣ ਵਾਲਾ। ਅਨੂਪ, ਅਨੂਪ, ਅਨ ਨਾਮ ਹੈ ਬਿਨਾ ਦਾ, ਊਪ ਨਾਮ ਹੈ ਉਪਮਾ ਦਾ, ਉਪਮਾ ਤੋਂ ਬਿਨਾ। ਵੀ ਜਿਹਦੀ ਉਪਮਾ ਆਪਾਂ ਕਰ ਹੀ ਨਹੀਂ ਸਕਦੇ। ਪਰਮਾਤਮਾ ਅਨੂਪ ਹੈ, ਅਰੂਪ ਹੈ, ਅਨੂਪ ਹੈ। ਨਾ ਦਾ ਕੋਈ ਰੂਪ ਹੈ, ਨਾ ਉਹਦੀ ਕੋਈ ਉਪਮਾ। ਕਿਉਂਕਿ ਜਦੋਂ ਹੈ ਹੀ ਅਰੂਪ ਹੈ, ਰੂਪ ਤੋਂ ਰਹਿਤ ਹੈ। ਰੂਪ ਦੀ ਸੁੰਦਰਤਾ ਹੁੰਦੀ ਹੈ ਨਾ, ਨਹੀਂ ਦਿਖਾਈ ਦਿੰਦਾ। ਦਇਆਲਾ ਦਇਆ ਦਾ ਘਰ ਹੈ। ਹਾਂਜੀ, ਰਾਵਣ ਗੁਣ ਕੱਟਿਐ ਜਮ ਜਾਲਾ। ਹੁਣ ਜੋ ਪਿੱਛੇ ਕਹਿ ਰਹੇ ਨੇ ਵੀ ਸਾਧ ਸੰਗ ਜਮਦੂਤ ਨਾ ਭੇਟਣ, ਉਹ ਬਚਾ ਕਿਵੇਂ ਹੁੰਦਾ ਹੈ? ਜਦੋਂ ਅਸੀਂ ਰਾਵਣ ਗੁਣਾ, ਰਾਵਣ ਹੁੰਦਾ ਇੱਕੋ ਹੀ ਕੰਮ ਨੂੰ ਬਾਰ-ਬਾਰ ਰਿਪੀਟ ਕਰਨਾ, ਸਿਮਰਨ ਨਾ। ਪਾਤਸ਼ਾਹ ਜੀ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਾਨੇ ਅੰਤਰ ਕੀ ਉਤਰੈ ਚਿੰਤ। ਹੁਣ ਸਵਾਸ ਜਿਹੜੇ ਨੇ ਉਹ ਨਿਰੰਤਰ ਨੇ, ਚੱਲਦੇ ਰਹਿੰਦੇ ਆ। ਆਪਾਂ ਸੁੱਤੇ ਆ, ਆਪਾਂ ਜਾਗਦੇ ਆ, ਚੱਲਦੇ ਆ, ਬੈਠੇ ਆ, ਸਵਾਸ ਚੱਲਦੇ ਰਹਿੰਦੇ। ਤੋ ਸਾਹਿਬ ਜੀ ਕਹਿੰਦੇ ਜਿਵੇਂ ਸਵਾਸ ਨਿਰੰਤਰ ਚੱਲ ਰਹੇ ਨੇ ਨਾ, ਇਸੇ ਤਰ੍ਹਾਂ ਹੀ ਸਿਮਰਨ ਕਰਨਾ ਹੈ ਨਿਰੰਤਰ, ਇੱਕ ਰਸ। ਇਹ ਬਾਰ-ਬਾਰ ਜਦੋਂ ਅਸੀਂ ਸਿਮਰਨ ਕਰਦੇ ਆ, ਬਾਰ-ਬਾਰ ਸਿਮਰਨ, ਸਾਇੰਟਿਸਟ ਕਹਿੰਦੇ ਵੀ ਇੱਕੋ ਹੀ ਗੱਲ ਨੂੰ ਬਾਰ-ਬਾਰ ਕਹਿਣ ਵਾਲਾ ਬੰਦਾ ਕਹਿੰਦੇ ਕਮਲਾ ਹੋ ਜਾਂਦਾ, ਪਾਗਲ ਹੋ ਜਾਂਦਾ। ਤੇ ਭਗਤ ਕਬੀਰ ਸਾਹਿਬ ਜੀ ਨੇ ਗੱਲ ਪਹਿਲਾਂ ਹੀ ਪ੍ਰਵਾਨ ਕਰ ਲਈ। ਉਹ ਕਹਿੰਦੇ ਵੀ ਲੋਗ ਕਹੈ ਕਬੀਰ ਵਾਰਾਨਾ, ਕਹਿੰਦਾ ਵਾਕਿਆ ਹੀ ਕਮਲਾ ਹੋ ਜਾਂਦਾ। ਸਾਇੰਟਿਸਟ ਸੱਚੇ ਨੇ, ਭਗਤ ਜੀ ਪਹਿਲਾਂ ਹੀ ਕਹਿੰਦੇ ਨੇ ਸਾਇੰਸ ਤੋਂ, ਇਹ ਵਾਕਿਆ ਹੀ ਜਿਹੜਾ ਸਿਮਰਨ ਕਰਨ ਵਾਲਾ ਉਹਨਾਂ ਲੋਕ ਕਮਲਾ ਹੀ ਕਹਿੰਦੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਾਮ ਵਿਯੋਗੀ ਨਾ ਜੀਵੈ। ਜਿਹੜਾ ਰਾਮ ਵਿਯੋਗੀ ਹੈ ਜਿਉਂਦਾ ਨਹੀਂ, ਜੀਵੈ ਤਾਂ ਬੌਰਾ ਹੋਏ, ਫਿਰ ਕਮਲਾ ਹੋ ਜਾਊਗਾ, ਜੀਊਗਾ ਤੇ ਕਮਲਾ ਹੋ ਕੇ। ਹੁਣ ਰਾਵਣ ਗੁਣਾ, ਪਰਮਾਤਮਾ ਦੇ ਗੁਣਾਂ ਦਾ ਬਾਰ-ਬਾਰ ਚਿੰਤਨ ਕਰਨਾ। ਕੱਟੀਏ ਜਮ ਜਾਲਾ। ਫਿਰ ਇਹ ਜਿਹੜਾ ਜਮਾਂ ਦਾ ਜਾਲ ਆਪਾਂ ਨੂੰ ਪਿਆ ਹੋਇਆ, ਕਾਮ ਕ੍ਰੋਧ ਲੋਭ ਹੰਕਾਰ ਦਾ, ਇਹ ਸਿਮਰਨ ਕਰਨ ਦੇ ਨਾਲ ਕੱਟਿਆ ਜਾਊਗਾ। ਫਿਰ ਅਸਰ ਨਹੀਂ ਪਾਉਣਗੇ ਵਿਕਾਰ, ਆਪਾਂ ਬਚ ਜਾਵਾਂਗੇ। ਪਰ ਸਿਮਰਨ ਜਿਹੜਾ ਉਹ ਨਿਰੰਤਰ ਹੈ। ਕਿਉਂਕਿ ਜਿਹਨੇ ਚੋਰੀ ਕਰਨੀ ਹੈ ਉਹ ਪਹਿਰੇਦਾਰ ਨੂੰ ਵੇਖ ਰਿਹਾ ਬਈ ਇਹ ਸੱਜੇ ਖੱਬੇ ਕਦੋਂ ਹੁੰਦਾ। ਤੇ ਹੁਣ ਪਹਿਰੇਦਾਰ ਜੇ ਅਵੇਸਲਾ ਹੋ ਗਿਆ ਤੇ ਚੋਰ ਨੇ ਚੋਰੀ ਕਰਨ ਦੇ ਵਿੱਚ ਦੇਰ ਕੋਈ ਨਹੀਂ ਲਾਣੀ। ਉਹ ਕਹਿੰਦਾ ਹੁਣ ਤੇ ਮੈਂ ਇੱਥੇ ਖੜਿਆ ਸੀ, ਇੰਨੇ 'ਚ ਹੋਇਆ, ਕਹਿੰਦਾ ਇੰਨੇ 'ਚ, ਕਿਉਂਕਿ ਉਹ ਤਿਆਰੀ 'ਚ ਖੜਿਆ। ਇਸ ਕਰਕੇ ਵਕਾਰ ਜਿਹੜੇ ਹਨ ਇਹਨਾਂ ਨੇ ਆਪਣਾ ਜਾਲ ਸਾਡੇ ਆਲੇ ਦੁਆਲੇ ਬਚਾਇਆ ਹੋਇਆ ਹੈ। ਤੇ ਬਚਣ ਦਾ ਤਰੀਕਾ ਇੱਕੋ ਹੀ ਹੈ ਕਿ ਨਿਰੰਤਰ ਸਿਮਰਨ, ਹਮੇਸ਼ਾ ਰੱਬ ਦੀ ਯਾਦ ਦੇ ਵਿੱਚ ਰਹਿਣਾ। ਜਦੋਂ ਵੇਸਲਾ ਹੋ ਗਿਆ, ਜਦੋਂ ਤੈਨੂੰ ਜਾਲ 'ਚ ਫਸਾ ਲੈਣਗੇ ਇਹ। ਸਿਮਰਨ ਕਰਨ ਦੇ ਨਾਲ ਜਮਾਂ ਦਾ ਜਿਹੜਾ ਜਾਲ ਹੈ ਉਹ ਕੱਟਿਆ ਜਾਂਦਾ ਹੈ। ਹਾਂਜੀ, ਅੰਮ੍ਰਿਤ ਨਾਮ
ਰਸਨ ਨਿਤ ਜਾਪੈ। ਮੌਤ ਤੋਂ ਰਹਿਤ ਕਰਨ ਵਾਲਾ ਜਿਹੜਾ ਨਾਮ ਹੈ, ਸਾਹਿਬ ਜੀ ਕਹਿੰਦੇ ਰਸਨ ਨਿਤ ਜਾਪੈ। ਰਸਨਾ ਦੇ ਨਾਲ ਹਮੇਸ਼ਾ ਜਪਣਾ, ਇਸ ਨੂੰ ਹਰ ਵਕਤ ਜਪਦੇ ਰਹਿਣਾ। ਨਾ ਦਿਨ ਵੇਖਣਾ ਨਾ ਰਾਤ ਵੇਖਣੀ, ਨਾ ਇਹ ਵੇਖਣਾ ਵੀ ਮੈਂ ਨਹਾਤਾ ਜਾਂ ਨਹੀਂ ਨਹਾਤਾ, ਮੈਂ ਤੁਰਿਆ ਜਾਂਦਾ ਕਿ ਮੈਂ ਬੈਠਿਆ। ਉਠਤ ਬੈਠਤ ਸੋਵਤ ਨਾਮ ਕਹੋ, ਨਾਨਕ ਜਨ ਕੈ ਸਦ ਕਾਮ। ਇਹ ਕੰਮ ਕਰਨਾ ਹੈ, ਰਸਨਾ ਦੇ ਨਾਲ ਸਿਮਰਨ ਕਰਨਾ ਹੈ, ਕਿਉਂਕਿ ਜਿਹੜੀ ਸ਼ੁਰੂਆਤ ਹੈ ਉਹ ਰਸਨਾ ਤੋਂ ਜਪਣ ਦੇ ਨਾਲ ਹੀ ਹੈ। ਉਸ ਤੋਂ ਬਾਅਦ ਫਿਰ ਜਪਣ ਵਾਲੇ ਕਿੱਥੇ ਕਿੱਥੇ ਪਹੁੰਚਦੇ ਇਹ ਉਹਨਾਂ ਦੀ ਆਪਣੀ ਅਵਸਥਾ ਹੈ, ਪਰ ਸ਼ੁਰੂਆਤ ਜਿਹੜੀ ਹੈ ਉਹ ਰਸਨਾ ਦੇ ਨਾਲ ਜਪਣ ਦੇ ਨਾਲ ਹੀ। ਰਸਨਾ ਦੇ ਨਾਲ ਜਪਣਾ, ਫਿਰ ਕੰਨਾਂ ਦੇ ਨਾਲ ਸੁਣਨਾ, ਫਿਰ ਬਣ ਜਾਏਗਾ ਧਿਆਨ। ਬਾਅਦ ਧਿਆਨ ਬਣ ਗਿਆ ਫਿਰ ਤਾਂ ਬਾਕੀ ਕੁਝ ਜ਼ਰੂਰਤ ਨਹੀਂ ਹੋਇਆ ਕਰਦੀ, ਧਿਆਨ ਹੀ ਕੰਮ ਕਰਦਾ, ਬਾਕੀ ਸਾਰਾ ਹਮੇਸ਼ਾ ਜਪਣਾ ਭਾਈ ਰਸਨਾ ਦੇ ਨਾਲ। ਹਾਂਜੀ, ਰੋਗ ਰੂਪ ਮਾਇਆ ਨਾ ਵਿਆਪੈ। ਇਹ ਫਿਰ ਜਿਹੜੇ ਮਾਇਆ ਦੇ ਰੂਪ ਨੇ ਨਾ ਜਿੰਨੇ ਵੀ, ਇਹ ਰੋਗ ਰੂਪ ਹੀ ਨੇ, ਸੁਖਦਾਈ ਕੋਈ ਵੀ ਨਹੀਂ ਹੈ। ਇਹ ਨਹੀਂ ਆਪਣਾ ਅਸਰ ਪਾਉਣਗੇ ਸਿਮਰਨ ਕਰਨ ਵਾਲੇ ਤੇ। ਹਾਂਜੀ, ਜਪ ਗੋਬਿੰਦ ਸੰਗੀ ਸਭ ਤਾਰੇ। ਜਿਹੜਾ ਸਿਮਰਨ ਕਰਦਾ ਹੈ ਉਹਨੇ ਆਪਣੇ ਸਾਰੇ ਸੰਗੀਆਂ ਨੂੰ ਤਾਰ ਲਿਆ, ਜਿੰਨੇ ਵੀ ਉਹਦੇ ਸੰਗੀ ਹੈ। ਸੰਗੀ ਹੁੰਦਾ ਉਹਦੀ ਸੰਗ ਵਿੱਚ ਆਉਣ ਵਾਲੇ ਤੇ ਉਹਦੇ ਮੁਤਾਬਕ ਜੀਵਨ ਜਿਉਣ ਵਾਲੇ। ਸਿਮਰਨ ਉਹਨਾਂ ਨੂੰ ਵੀ ਕਰਨਾ ਪੈਂਦਾ, ਕਿਉਂਕਿ ਸਿਮਰਨ ਹਰ ਇੱਕ ਦਾ ਆਪਣਾ ਆਪਣਾ। ਜੋ ਜਪਾਂਗੇ ਉਹ ਸਾਡੇ ਕੋਲ ਹੀ ਰਹਿਣਾ। ਜਾਪ ਗੋਬਿੰਦ ਸੰਗੀ ਸਭ ਤਾਰੇ, ਉਹਨੇ ਸਾਰੇ ਸੰਗੀ ਜਿਹੜੇ ਹਨ ਤਾਰ ਲਏ, ਜਿਹੜੇ ਸਿਮਰਨ ਕਰਦੇ ਨੇ। ਹਾਂਜੀ, ਪੋਹਤ ਨਾਹੀ ਪੰਚ ਬਟਵਾਰੇ। ਤੇਰੇ ਜਿਹੜੇ ਰਾਹ ਰੋਕ ਕੇ ਸਾਨੂੰ ਲੁੱਟਣ ਵਾਲੇ ਨੇ, ਪੰਜ ਬਟਵਾਰੇ। ਬਟਵਾਰੇ ਕਹਿਣਾ ਰਾਹ ਰੋਕ ਕੇ ਲੁੱਟਣ ਵਾਲੇ, ਉਹ ਸਾਰੇ ਫਿਰ ਪੋਹਤ ਨਾਹੀ, ਉਹਦੇ ਉੱਤੇ ਆਪਣਾ ਅਸਰ ਨਹੀਂ ਪਾਉਂਦੇ, ਨੇੜੇ ਨਹੀਂ ਆਉਂਦੇ। ਹਾਂਜੀ, ਮਨ ਬਚ ਕ੍ਰਮ ਪ੍ਰਭ ਏਕ ਧਿਆਏ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਇੱਕ ਪਰਮਾਤਮਾ ਦਾ ਸਿਮਰਨ ਕਰਨਾ। ਮਨ ਦੇ ਵਿੱਚ ਵੀ ਉਹਦਾ ਸਿਮਰਨ, ਬਚਨ ਹੁੰਦਾ ਜੋ ਆਪਾਂ ਬੋਲਦੇ ਹਾਂ ਰਸਨਾ ਦੇ ਨਾਲ, ਰਸਨਾ ਤੇ ਵੀ ਉਹਦਾ ਸਿਮਰਨ, ਤੇ ਫਿਰ ਉਹ ਸਾਡੇ ਕਰਮਾਂ ਦੇ ਵਿੱਚੋਂ ਆਪਣੇ ਆਪ ਹੀ ਦਿਖਾਈ ਦੇਵੇਗਾ। ਜਿਵੇਂ ਫੁੱਲ ਦੀ ਸੁਗੰਧੀ ਆਪਣੇ ਆਪ ਹੀ ਆਉਂਦੀ, ਤਾਂ ਸਾਡੇ ਹਰ ਇੱਕ ਕਰਮ ਦੇ ਵਿੱਚੋਂ ਪਰਮਾਤਮਾ ਨਜ਼ਰ ਆਊਗਾ, ਹਰੇਕ ਕਰਮ ਦੇ ਵਿੱਚੋਂ, ਜਦੋਂ ਅਸੀਂ ਤਿੰਨੇ ਇੱਕ ਹੋ ਗਏ। ਸੋ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਭਾਈ ਇੱਕ ਪਰਮਾਤਮਾ ਨੂੰ ਧਿਆਉਣਾ। ਹੁਣ ਸਰੀਰ ਕਰਕੇ ਤੇ ਕਰਮ ਕਰ ਰਿਹਾ ਚੰਗੇ, ਪਰ ਮਨ ਦੇ ਵਿੱਚ ਉਹ ਚੰਗਾ ਹੈ ਨਹੀਂ, ਗੱਲ ਬਣਨੀ ਨਹੀਂ। ਥੋੜੇ ਦਿਨ ਹੀ ਕੰਮ ਚੱਲੂਗਾ, ਫਿਰ ਪਤਾ ਲੱਗ ਜੂਗਾ ਵੀ ਨਹੀਂ ਉਹ ਗੱਲ ਹੈ ਨਹੀਂ। ਕਰਮ ਦੱਸ ਦਿੰਨੇ ਆ ਸਾਡੇ ਅੰਦਰ ਜੋ ਕੁਝ ਚੱਲ ਰਿਹਾ ਹੈ, ਕਿਉਂਕਿ ਜੋ ਵਿਚਾਰ ਹੈ ਉਹਨਾਂ ਦੇ ਆਧਾਰ ਤੇ ਸਾਡਾ ਆਚਾਰ ਹੈ। ਹੁਣ ਜਿਹੜੇ ਵਿਚਾਰ ਨੇ ਉਹ ਸਾਡੇ ਕਰਮਾਂ ਰਾਹੀਂ ਪ੍ਰਗਟ ਹੋ ਜਾਂਦੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਇੱਕ ਹੋ ਜਾਓ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਇੱਕ ਦਾ ਧਿਆਨ ਰੱਖਣਾ। ਕੋਈ ਵੀ ਕਰਮ ਕਰਨਾ ਇੱਕ ਦਾ ਧਿਆਨ ਧਰ ਕੇ ਕਰਨਾ, ਵੀ ਇਹ ਉਹਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ। ਜਦੋਂ ਆਹ ਗੱਲ ਆ ਗਈ ਵੀ ਉਹਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ, ਫਿਰ ਮਾੜਾ ਕਰਮ ਤਾਂ ਕਦੇ ਹੋਣਾ ਹੀ ਨਹੀਂ। ਆਪਾਂ ਦੂਸਰੇ ਨੂੰ ਚੰਗੀ ਚੀਜ਼ ਭੇਟ ਕਰਦੇ ਆ ਨਾ, ਵਧੀਆ ਤੋਂ ਵਧੀਆ, ਤੇ ਫਿਰ ਸਾਡਾ ਕਰਮ ਵੀ ਵਧੀਆ ਹੋਊਗਾ ਜੇ ਆਪਾਂ ਨੇ ਉਸ ਮਾਲਕ ਨੂੰ ਅਰਪਣ ਕਰਨਾ। ਹਾਂਜੀ, ਸਰਬ ਫਲਾ ਸੋਈ ਜਨ ਪਾਏ। ਤੌਰ ਤੇ ਉਹ ਭਾਈ ਸਾਰਾ ਫਲ, ਸਾਰਾ ਆਨੰਦ ਰਸ ਮਾਣ ਲੈਂਦਾ ਜਨ। ਹਾਂਜੀ, ਧਾਰ ਅਨੁਗ੍ਰਹੋ ਆਪਣਾ ਪ੍ਰਭ ਕੀਨਾ। ਜਿਨ੍ਹਾਂ ਨੂੰ ਮਾਲਕ ਨੇ ਮਿਹਰ ਕਰਕੇ ਆਪਣਾ ਬਣਾ ਲਿਆ। ਹਾਂਜੀ, ਕੇਵਲ ਨਾਮ ਭਗਤ ਰਸ ਦੀਨਾ। ਉਹਨੂੰ ਕੀ ਦਿੱਤਾ ਮਾਲਕ ਨੇ? ਕੇਵਲ ਓਨਲੀ ਨਾਮ ਭਗਤ ਰਸ ਦੇਣਾ, ਭਗਤੀ ਦਾ ਰਸ ਦਿੱਤਾ ਪਰਮਾਤਮਾ ਨੇ ਜਿਹਨੂੰ ਆਪਣਾ ਬਣਾਇਆ। ਨਾਨਕ ਕੈ ਘਰ ਕੇਵਲ ਨਾਮ, ਨਾਮ ਹੀ ਉਹਦੇ ਕੋਲ ਨਾਮ ਹੀ ਦਿੰਦਾ। ਹੁਣ ਕਹੀਏ ਵੀ ਫਿਰ ਇਹਦੇ ਨਾਲ ਜਿਹੜੇ ਦੁਨਿਆਵੀ ਪਦਾਰਥ ਨੇ ਉਹ ਨਹੀਂ ਮਿਲਦੇ,
ਐਸਾ ਤਾਂ ਨਹੀਂ ਹੈ ਵੀ ਜੇ ਨਾਮ ਮਿਲ ਗਿਆ ਤੇ ਬਾਕੀ ਕੁਝ ਨਹੀਂ ਮਿਲਦਾ, ਬਾਕੀ ਸਾਰਾ ਕੁਝ ਵੀ ਹੈਗਾ। ਸਭ ਕੁਝ ਹੁੰਦਿਆਂ ਹੋਇਆਂ ਨਾਮ ਦਾ ਰਸ ਨਹੀਂ ਹੈ, ਪਰ ਜੇ ਨਾਮ ਦਾ ਰਸ ਕੋਲ ਹੈ, ਕੋਲ ਕੁਝ ਵੀ ਨਹੀਂ ਹੈ, ਤਾਂ ਵੀ ਆਨੰਦ ਬਣਿਆ ਹੋਇਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਕੁਝ ਹੁੰਦਿਆਂ ਰਸ ਨਹੀਂ ਹੈ, ਪਰ ਰਸ ਦੇ ਹੁੰਦਿਆਂ ਸਭ ਕੁਝ ਕੋਲ ਨਹੀਂ ਹੈ, ਤਾਂ ਵੀ ਕੋਈ ਗੱਲ ਨਹੀਂ ਹੈ। ਇਸ ਕਰਕੇ ਭਾਈ ਆਪਣੇ ਭਗਤਾਂ ਨੂੰ ਨਾਮ ਦਾ ਰਸ ਮਾਲਕ ਨੇ ਬਖਸ਼ਿਆ। ਹਾਂਜੀ, ਆਦ ਮਦ ਅੰਤ ਪ੍ਰਭ ਸੋਈ। ਆਦ ਸ਼ੁਰੂ ਮੱਧ ਵਿਚਕਾਰ ਅੰਤ ਅਖੀਰ ਤੇ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਹਾਂਜੀ, ਨਾਨਕ ਤਿਸ ਬਿਨ ਅਵਰ ਨਾ ਕੋਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਭਾਈ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਨਾ ਕੋਈ ਹੈ ਸੀ ਨਾ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹੀ ਸੱਚ ਹੈ, ਉਹ ਸੱਚ ਦੇ ਨਾਲ ਆਪਾਂ ਨੇ ਜੁੜਨਾ ਹੈ। ਬਾਕੀ ਇਹ ਪਸਾਰਾ ਸਾਰਾ ਝੂਠ ਹੈ, ਪਰ ਖੜਿਆ ਸੱਚ ਦੇ ਆਸਰੇ ਹੈ। ਸਤਿਗੁਰੂ ਜੀ ਸੋਝੀ ਬਖਸ਼ ਦੇਣ ਕਿ ਅਸੀਂ ਉਸ ਸੱਚ ਦੇ ਆਸਰੇ ਹੋ ਜਾਈਏ। ਸਾਡੀਆਂ ਬੇਨਤੀਆਂ, ਸਾਡੀਆਂ ਅਰਦਾਸਾਂ ਸਤਿਗੁਰੂ ਜੀ ਪ੍ਰਵਾਨ ਕਰ ਲੈਣ। ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਹੋਣ ਜੀ। ਆਓ ਤਨ ਕਰਕੇ ਮਨ ਕਰਕੇ ਸੁਚੇਤ ਹੋਈਏ। ਜੋ ਸਤਿਗੁਰਾਂ ਜੀ ਨੇ ਸਿੱਖਿਆ ਦਿੱਤੀ, ਪਾਵਨ ਬਾਣੀ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।